प्यारे विद्यार्थियों, मेरे चैनल बायो हैल्थ अकैडमी ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਕਿਰਨ ਸ਼ਰਮਾ। ਅਸੀਂ ਵਾਤਾਵਰਣ ਸਿੱਖਿਆ ਦਾ ਚੈਪਟਰ ਨੰਬਰ 6 ਜਿਹੜਾ ਉਹ ਕਰ ਰਹੇ ਹਾਂ। ਹੁਣ ਅਸੀਂ ਲਾਸਟ ਸਟੈਪ ਦੇ ਉੱਤੇ ਪਹੁੰਚ ਗਏ ਹਾਂ, ਸੂਚਨਾ ਦਾ ਆਦਾਨ ਪ੍ਰਦਾਨ ਅਤੇ ਬਚੇ ਰਹਿਣਾ। ਠੀਕ ਹੈ, ਇਹ ਅੱਜ ਦਾ ਸਾਡਾ ਲੈਕਚਰ ਹੈ। ਤਾਂ ਇਨਫੋਰਮੇਸ਼ਨ ਐਕਸਚੇਂਜ ਐਂਡ ਸਰਵੀਲੈਂਸ ਨੂੰ ਬੋਲਿਆ ਜਾਂਦਾ ਇੰਗਲਿਸ਼ ਦੇ ਵਿੱਚ। ਸੋ ਇਹਦਾ ਕੀ ਹੈ ਕਿ ਜਿੰਨੇ ਵੀ ਅਸੀਂ ਡਾਟਾ ਜਿਹੜਾ ਕਲੈਕਟ ਕਰਦੀਆਂ ਸਾਡੀਆਂ ਸਰਕਾਰਾਂ, ਚਾਹੇ ਉਹ ਰਾਜ ਸਰਕਾਰਾਂ ਹੈ ਤਾਂ ਚਾਹੇ ਉਹ ਕੇਂਦਰੀ ਸਰਕਾਰ ਹੈ। ਕੇਂਦਰੀ ਸਰਕਾਰ ਜਿਹੜੀ ਰਾਜ ਸਰਕਾਰਾਂ ਤੋਂ ਡਾਟਾ ਜਿਹੜਾ ਉਹ ਪੋਲਿਊਸ਼ਨ ਦਾ ਜਾਂ ਹੋਰ ਕੋਈ ਵੀ ਚੀਜ਼ ਦਾ ਇਕੱਠਾ ਕਰਦੀ ਹੈ, ਤਾਂ ਉਹਨਾਂ ਨੇ ਆਪਣੇ ਆਪਣੇ ਰਾਜ ਲੈਵਲ ਦੇ ਉੱਤੇ ਵੀ ਅਤੇ ਕੇਂਦਰ ਲੈਵਲ ਦੇ ਉੱਤੇ ਵੀ ਵੈਬਸਾਈਟਸ ਬਣਾਈਆਂ ਹੋਈਆਂ। ਇੰਟਰਨੈਟ ਦੇ ਥਰੂ ਇਹ ਲੋਕਾਂ ਨੂੰ ਜਾਣਕਾਰੀ ਪੂਰੀ ਫਿਰ ਦਿੱਤੀ ਜਾਂਦੀ ਹੈ ਕਿ ਵੀ ਸਾਡੇ ਵਾਤਾਵਰਨ ਜਾਂ ਜੰਗਲਾਂ ਦੇ ਪ੍ਰਤੀ ਜਾਂ ਹੋਰ ਜਿਹੜੀਆਂ ਸਾਡੀਆਂ ਕੋਈ ਜਾਤੀਆਂ ਪ੍ਰਜਾਤੀਆਂ ਪਸ਼ੂਆਂ ਦੀਆਂ ਉਹਨਾਂ ਦੇ ਵਿੱਚ ਕੋਈ ਅਗਰ ਚੇਂਜ ਆ ਰਹੀ ਹੈ ਤਾਂ ਉਹਨਾਂ ਸਾਰਿਆਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਵੈਬਸਾਈਟਸ ਬਣੀਆਂ ਹੋਈਆਂ। ਤਾਂ ਉਹਦੇ ਬਾਰੇ ਅਸੀਂ ਇਹਦੇ ਵਿੱਚ ਪੜ੍ਹਨਾ ਹੈ ਕਿ ਵੀ ਸੂਚਨਾ ਦਾ ਆਦਾਨ ਪ੍ਰਦਾਨ ਜਿਹੜਾ ਉਹ ਕਿਵੇਂ ਕੀਤਾ ਜਾਂਦਾ ਹੈ। ਚਾਹੇ ਉਹ ਸਟੇਟਸ ਤੋਂ ਕੇਂਦਰ ਨੂੰ ਕਰਨਾ ਹੈ, ਚਾਹੇ ਕੇਂਦਰ ਨੇ ਸਟੇਟਸ ਨੂੰ ਦੇਣਾ ਹੈ, ਚਾਹੇ ਉਹ ਲੋਕਾਂ ਤੱਕ ਪਹੁੰਚਾਉਣਾ ਹੈ, ਤਾਂ ਉਹ ਕਿਸ ਤਰ੍ਹਾਂ ਹੋਣਾ ਹੈ, ਇਹ ਅਸੀਂ ਪੜ੍ਹਨਾ ਇਹਦੇ ਵਿੱਚ। ਸੋ ਵਾਤਾਵਰਣੀ ਪ੍ਰਬੰਧਨ ਦੇ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਭਾਰਤ ਸਰਕਾਰ ਦੇ ਬਹੁਤ ਸਾਰੇ ਮੰਤਰਾਲੇ ਇੱਦਾਂ ਦੇ ਹੈ, ਉਹਨਾਂ ਨੂੰ ਸੌਂਪੇ ਗਏ ਕਾਰਜ ਖੇਤਰ ਪ੍ਰਤੀ ਫੈਸਲੇ ਲੈਣ ਦੇ ਲਈ ਜ਼ਿੰਮੇਦਾਰ ਹੁੰਦੇ ਹਨ। ਪ੍ਰੋਫਾਈਲ ਬਣੇ ਹੁੰਦੇ ਨਾ, ਪੋਰਟਫੋਲੀਓ ਇਹਨਾਂ ਦੇ ਮੰਤਰਾਲੇ ਬਣੇ ਹੋਏ ਹੁੰਦੇ ਆ। ਠੀਕ ਹੈ, ਤਾਂ ਉਹ ਅਲੱਗ-ਅਲੱਗ ਮੰਤਰਾਲੇ ਜਿਹੜੇ ਅਲੱਗ-ਅਲੱਗ ਕੰਮ ਕਰਦੇ ਆ। ਕੋਈ ਸਿੱਖਿਆ ਦਾ ਮੰਤਰਾਲੇ ਹੈ, ਸੋ ਕੋਈ ਜਿਹੜਾ ਉਹ ਸਾਡਾ ਜੰਗਲਾਤ ਮੰਤਰਾਲੇ ਹੈ, ਜਿੱਦਾਂ ਆਪਾਂ ਹੁਣੀ ਪੜ੍ਹਿਆ ਸੀਗਾ। ਹੁਣ ਤੱਕ ਜਦੋਂ ਤੱਕ ਵਾਤਾਵਰਣੀ ਮਸਲਿਆਂ ਦਾ ਸੰਬੰਧ ਹੈ, ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਰਾਸ਼ਟਰੀ ਪੱਧਰ 'ਤੇ ਵਾਤਾਵਰਣ ਨਾਲ ਫੈਸਲੇ ਲੈਣ ਦੇ ਲਈ ਇਕਲੌਤੀ ਏਜੰਸੀ ਹੈ। ਮਤਲਬ ਇਹ ਮੰਤਰਾਲਾ ਇੱਕੋ ਇੱਕ ਇੱਦਾਂ ਦਾ ਮੰਤਰਾਲਾ ਹੈ ਜਿਹੜਾ ਵਾਤਾਵਰਣ ਅਤੇ ਜੰਗਲਾਤ ਦੇ ਲਈ ਫੈਸਲੇ ਲੈ ਸਕਦਾ। ਨਾਲ ਹੀ ਇਹ ਇਸ ਨੂੰ ਨਿਰਧਾਰਿਤ ਖੇਤਰਾਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਸੂਚਨਾ ਵੀ ਪ੍ਰਦਾਨ ਕਰਦਾ ਹੈ। ਜਿੰਨੇ ਵੀ ਲੋਕ ਇਹਦੇ ਨਾਲ ਜੁੜੇ ਹੋਏ ਆ ਉਹ ਉਹਨਾਂ ਨੂੰ ਵੀ ਸੂਚਨਾ ਦਿੰਦਾ। ਅਤੇ ਜਿੰਨੇ ਵੀ ਮੰਤਰੀ ਹੈ ਫਿਰ ਉਹ ਕੀ ਕਰਦੇ ਆ, ਮੰਤਰੀ ਆਪਣੇ ਖੇਤਰਾਂ ਤੋਂ ਸੂਚਨਾ ਇਕੱਤਰ ਕਰਕੇ ਸਰਕਾਰ ਨੂੰ ਭੇਜਦੇ ਆ। ਰਾਜ ਸਰਕਾਰਾਂ ਦੇ ਜਿਹੜੇ ਮੰਤਰੀ ਹੈ ਇਸ ਮੰਤਰਾਲੇ ਨਾਲ ਜੁੜੇ ਹੋਏ ਆ, ਤਾਂ ਉਹ ਆਪਣੇ ਰਾਜ ਦੀ ਸਾਰੀ ਸੂਚਨਾ ਇਕੱਠੀ ਕਰਕੇ ਉਹ ਸੈਂਟਰ ਨੂੰ ਭੇਜਦੇ ਆ। ਇਹ ਇਸ ਤਰੀਕੇ ਦੇ ਨਾਲ ਇਹਦੀ ਵਰਕਿੰਗ ਸਮਝਾਈ ਹੈ ਕਿ ਵਰਕਿੰਗ ਕਿਵੇਂ ਹੁੰਦੀ ਹੈ, ਇਹ ਮੰਤਰਾਲੇ ਕਿਵੇਂ ਕੰਮ ਕਰਦਾ ਹੈ। ਵੱਖ-ਵੱਖ ਮਹਿਕਮੇ ਆਪਣੀ ਆਪਣੀ ਸਾਲਾਨਾ ਰਿਪੋਰਟ ਛਾਪਦੇ ਆ। ਠੀਕ ਹੈ, ਹਰ ਸਾਲ ਦੀ ਜਿਹੜੀ ਉਹ ਇੱਕ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾਂਦੀ ਹੈ, ਚਾਹੇ ਉਹ ਪੋਲਿਊਸ਼ਨ ਦੀ ਹੋਵੇ, ਚਾਹੇ ਉਹ ਜੰਗਲਾਤ ਮੰਤਰਾਲੇ ਦੇ ਵਿੱਚ ਜੰਗਲਾਂ ਦੇ ਬਾਰੇ ਇਨਫੋਰਮੇਸ਼ਨ ਹੋਵੇ। ਸਾਰੀ ਜਿਹੜੀ ਸਾਲਾਨਾ ਰਿਪੋਰਟ ਛਾਪੀ ਜਾਂਦੀ ਹੈ ਅਤੇ ਸਮੇਂ-ਸਮੇਂ 'ਤੇ ਇਸ਼ਤਿਹਾਰਾਂ ਦੇ ਰਾਹੀਂ ਉਪਲਬਧ ਜਿਹੜੀ ਹੈ ਉਹ ਕਰਵਾਈ ਜਾਂਦੀ। ਆਮ ਲੋਕਾਂ ਨੂੰ ਵੀ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ ਅਤੇ ਇਸ ਰਿਪੋਰਟ ਨੂੰ ਨੀਤੀ ਅਤੇ ਕਾਨੂੰਨ ਦੇ ਰਾਹੀਂ ਇੰਟਰਨੈਟ 'ਤੇ ਦਰਸਾਇਆ ਜਾਂਦਾ। ਠੀਕ ਹੈ, ਸੋ ਜੋ ਵੀ ਉਹਨਾਂ ਦੇ ਕਾਨੂੰਨਾਂ ਦੇ ਮੁਤਾਬਕ ਜੋ ਵੀ ਉਹਨਾਂ ਦਾ ਫਾਰਮੈਟ ਬਣਿਆ ਹੋਇਆ ਹੁੰਦਾ ਤਾਂ ਉਹਦੇ ਮੁਤਾਬਕ ਉਹਨੂੰ ਛਾਪਿਆ ਜਾਂਦਾ ਔਰ ਛਾਪ ਕੇ ਉਹਨੂੰ ਵੈਬਸਾਈਟਸ ਦੇ ਉੱਤੇ ਆਪਣੇ ਇੰਟਰਨੈਟ ਦੇ ਉੱਤੇ ਪਾ ਦਿੱਤਾ ਜਾਂਦਾ ਤਾਂ ਕਿ ਉਹ ਲੋਕਾਂ ਨੂੰ ਉਪਲਬਧ ਹੋ ਸਕੇ। ਜਿਹਨੇ ਵੀ ਕਿਸੇ ਨੇ ਖੋਲ੍ਹਣੀ ਉਹ ਵੈਬਸਾਈਟ ਖੋਲ੍ਹ ਕੇ ਆਪਣੀ ਉਹ ਇਨਫੋਰਮੇਸ਼ਨ ਲੈ ਸਕਦਾ ਹੈ। ਸੂਚਨਾ ਦਾ ਪ੍ਰਬੰਧਨ ਹਰੇਕ ਸਥਾਨਕ ਸਰਕਾਰ ਦੇ ਦੁਆਰਾ ਯੋਜਨਾ ਗਣਨਾ। ਠੀਕ ਹੈ, ਯੋਜਨਾ ਕਿਹਨੂੰ ਕਹਿੰਦੇ ਆਪਾਂ, ਪਲੈਨਿੰਗ। ਗਣਨਾ ਕਿਹਨੂੰ ਕਹਿੰਦੇ, ਸਟੈਟਿਸਟਿਕਸ। ਤਾਂ ਇਹ ਜਿਹੜੇ ਮਹਿਕਮਾ ਹੁੰਦਾ ਇਹ ਵੀ ਪਲਾਨਿੰਗ ਐਂਡ ਸਟੈਟਿਸਟਿਕ ਮਹਿਕਮਾ ਹੁੰਦਾ। ਠੀਕ ਹੈ, ਅਤੇ ਉਹਦੇ ਦੁਆਰਾ ਇਹ ਸਾਰੀ ਜਿਹੜੀ ਹੈ ਸੂਚਨਾ ਦਾ ਐਨਾਲਿਸਿਸ ਕੀਤਾ ਜਾਂਦਾ। ਜਿੰਨਾ ਵੀ ਲੋਕਾਂ ਤੋਂ ਸੂਚਨਾ ਇਕੱਠੀ ਕੀਤੀ ਜਾਂਦੀ ਹੈ ਕੇਂਦਰੀ ਲੈਵਲ ਦੇ ਉੱਤੇ, ਫਿਰ ਉਹਦਾ ਐਨਾਲਿਸਿਸ ਕੀਤਾ ਜਾਂਦਾ ਔਰ ਉਹ ਕੌਣ ਕਰਦਾ, ਕਿਹੜਾ ਮਹਿਕਮਾ ਕਰਦਾ, ਯੋਜਨਾ ਗਣਨਾ ਮਹਿਕਮਾ, ਪਲਾਨਿੰਗ ਐਂਡ ਸਟੈਟਿਸਟਿਕ ਮਹਿਕਮਾ। ਤਾਂ ਫਿਰ ਹਰੇਕ ਰਾਜ ਸੂਚਨਾ ਦੇ ਇਕੱਤਰ ਕਰਨ, ਸਾਰਣੀਬੱਧ ਕਰਕੇ ਉਪਲਬਧ ਕਰਾਉਣ ਦੇ ਪ੍ਰਤੀ ਜ਼ਿੰਮੇਦਾਰ ਹੁੰਦਾ ਹੈ। ਹਰ ਰਾਜ ਨੂੰ ਇਹ ਦੱਸਿਆ ਜਾਂਦਾ ਕਿ ਵੀ ਤੁਸੀਂ ਤਿਮਾਹੀ ਦੇ ਵਿੱਚ ਇੱਕ ਵਾਰੀ ਜਾਂ 6 ਮਹੀਨੇ 'ਚ ਇੱਕ ਵਾਰੀ ਜਾਂ ਜਿੰਨੀ ਵਾਰੀ ਮਤਲਬ ਸਰਕਾਰ ਮੰਗਦੀ ਹੈ ਕੇਂਦਰੀ ਸਰਕਾਰ, ਤਾਂ ਉਨੀ ਵਾਰੀ ਉਹਨਾਂ ਨੂੰ ਸੂਚਨਾ ਜਿਹੜੀ ਹੈ ਪੂਰੀ ਸਾਰਣੀਬੱਧ ਕਰਕੇ ਉਪਲਬਧ ਕਰਾਉਣੀ ਪੈਂਦੀ ਹੈ, ਜੋ ਕਿ ਕੇਂਦਰ ਸਰਕਾਰ ਦੇ ਦੁਆਰਾ ਕਿਸੇ ਖਾਸ ਵਿਸ਼ੇ ਦੇ ਸੰਬੰਧ ਦੇ ਵਿੱਚ ਰਾਜ ਸਰਕਾਰ ਤੋਂ ਮੰਗੀ ਜਾਂਦੀ ਹੈ। ਅਜਿਹੀ ਜਾਣਕਾਰੀ ਰਾਜ ਸਰਕਾਰ ਤੋਂ ਕੇਂਦਰੀ ਸਰਕਾਰ ਦੇ ਸੰਬੰਧਿਤ ਮਹਿਕਮੇ ਨੂੰ ਵਿਸ਼ੇਵਾਰ ਭੇਜ ਦਿੱਤੀ ਜਾਂਦੀ ਹੈ। ਵਿਸ਼ੇਵਾਰ ਦਾ ਮਤਲਬ ਸਬਜੈਕਟ ਵਾਈਜ਼, ਮਤਲਬ ਕਿਸ ਸਬਜੈਕਟ ਦੇ ਉੱਤੇ ਉਹਨਾਂ ਨੇ ਮੰਗੀ ਹੈ ਤਾਂ ਉਸ ਸਬਜੈਕਟ ਦੇ ਵਿਸ਼ੇ ਵਾਈਜ਼ ਉਹਨੂੰ ਕਰ ਦਿੱਤਾ ਜਾਂਦਾ। ਦੇਖੋ ਜਦੋਂ ਸਰਵੇ ਹੁੰਦੇ ਆ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਤਾਂ ਉਹ ਹਰ ਇਹ ਕਈ ਵਾਰੀ ਪੂਰੀ ਜਿਹੜੀ ਹੈ ਉਹ ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਕਈ ਵਾਰੀ ਸਿਰਫ ਕੁਝ ਚੀਜ਼ਾਂ ਦੀ ਦੇਣੀ ਹੁੰਦੀ ਹੈ। ਤਾਂ ਜਿਹੜੀ ਵੀ ਚੀਜ਼ ਦੀ ਕੇਂਦਰੀ ਸਰਕਾਰ ਮੰਗਦੀ ਹੈ ਤਾਂ ਉਹਨੂੰ ਉਹ ਇਨਫੋਰਮੇਸ਼ਨ ਜਿਹੜੀ ਹੈ ਦੇ ਦਿੱਤੀ ਜਾਂਦੀ ਹੈ। ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਆਪਣੀਆਂ ਏਜੰਸੀਆਂ ਦੇ ਰਾਹੀਂ ਜੰਗਲੀ ਖੇਤਰ, ਰਾਜ ਦੇ ਪ੍ਰਦੂਸ਼ਣ 'ਤੇ ਕਾਬੂ ਅਤੇ ਵਾਤਾਵਰਣੀ ਮਸਲਿਆਂ ਦੇ ਸੰਬੰਧ ਦੇ ਵਿੱਚ ਇਹ ਇਨਫੋਰਮੇਸ਼ਨ ਇਕੱਠੀ ਕਰਦਾ ਹੈ।
मतलब जंगली खेतर ते प्रदूषण हो गया, ਉਹਦੇ ਤੇ ਕਾਬੂ ਹੋ ਗਿਆ, ਵਾਤਾਵਰਣੀ ਮਸਲੇ ਜਿੰਨੇ ਵੀ ਹੈ ਉਹਨਾਂ ਦੇ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਉਹ ਰਾਜ ਸਰਕਾਰਾਂ ਤੋਂ ਲੈਂਦਾ ਹੈ। ਹੁਣ ਸੋ ਇਹ ਤੁਹਾਨੂੰ ਇੱਕ ਮੰਤਰਾਲੇ ਦੇ ਬਾਰੇ ਪਤਾ ਚੱਲਿਆ ਵੀ ਇੱਕੋ ਇੱਕ ਮੰਤਰਾਲਾ ਹੈ ਜਿਹੜਾ ਇਹ ਸਾਰੀ ਪਲਾਨਿੰਗ ਜਿਹੜੀ ਹੈ ਉਹ ਕਰਦਾ ਹੈ ਔਰ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਬਣਾ ਕੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਦਾ ਹੈ। ENVIS ਇਨਵਿਸ ਇਹ ਕੀ ਹੈ? ਨੈਸ਼ਨਲ ਇਨਵਾਇਰਮੈਂਟ ਇਨਫੋਰਮੇਸ਼ਨ ਸਿਸਟਮ, ਇਹਨੂੰ ਅਸੀਂ ਬੋਲਦੇ हैं वातावरण ਤੇ जंगलात मंत्रालय के द्वारा एक राष्ट्रीय वातावरणी सूचना प्रबंध है। ठीक है, सो नैशनल इन्वायरमेंटल इन्फॉर्मेशन सिस्टम ठीक है स्थापित किया गया है। ये जंगलात मंत्रालय ने ये सैटअप किया जो संबंधित खेत्रों तो वातावरण के खेत्र के विच एक नैटवर्क की तरह सूचना एकत्र करना, संभालना और उपलब्ध कराने का काम करता है। सारी सूचना जी इकट्ठी की, मतलब यदा मतलब मंत्रालय ने एक बनाता सूचना के लिए ENVIS इनविस, इन्हों की एक वैबसाइट भी हैगी है। ठीक है, तो उस राज सरकारों तो सारी सूचना को इकट्ठा करना, उन्होंने संभालना, स्टोर करना, उन्होंने सेफली भी किते गायब ना हो जाए, फिर उन्होंने उपलब्ध कराना अगे, ये सारा काम इन्हों का है। इनविस मंत्रालय ने सो ये जी वैबसाइट बनाई है बच्चों www.nic.in सो एंड इनविस नां की वैबसाइट खोली है। इनविस केंद्री पद्धर ते सूचना प्रणाली का नैटवर्क है जिस दे बहुत सारे केंद्र नोड हैं जो सारे भारत में स्थित हैं। इन्होंने अगे अपने नोडल मतलब नोड्स बनाए हुए हैं इनफॉर्मेशन के लिए, तो उन्होंने उत्ते तुसी सब मतलब टाइटल्स बनाए हुए हैं, उन्होंने जाके तुसी जो भी इनफॉर्मेशन लैनी चाहो लै सकते हो। ये इन्हों का इनविस का लोगो है। ठीक है, सो दिस वन इज़ द लोगो इनविस का, ये वाला जो लोगो इंडिया का इन्वायरमेंटल इनफॉर्मेशन सिस्टम। ठीक है, अगे आने हुण आपां पंजाब दे उत्ते। पंजाब दे विच पंजाब स्टेट काउंसिल फॉर साइंस एंड टैक्नोलॉजी चंडीगढ़, ये है साडी साइट। सो PSCST पंजाब स्टेट काउंसिल, C फॉर काउंसिल फॉर साइंस एंड टैक्नोलॉजी, वातावरण के नाल संबंधित सारी सूचना जी इकट्ठी करती है पंजाब दे विच। पंजाब के वातावरण के हालत बारे ये वैबसाइट बनाई हुई है इन्होंने। ठीक है, सो www सो PUNENVIS.nic.in तो ये तो तुसी पंजाब के सारे वातावरण के रिलेटेड जो भी चीज़ां हैं उन्होंने इनफॉर्मेशन लै सकते हो। सो इसका मतलब सारे राज्यों ने अपनी अपनी भी एक बनाई हुई है वैबसाइट। उस तो बाद फिर असीं पहुँचे हुण SDNP, ये की है? द सस्टेनेबल डिवेलपमेंट नैटवर्किंग प्रोग्राम, द सस्टेनेबल डिवेलपमेंट नैटवर्किंग प्रोग्राम। ठीक है, अच्छा ये एक इहदा लोगो भी PSCST का, सो ये जिहड़ा साडा पंजाब का लोगो है। ठीक है, सो ये लोगो भी है इहदा, राइट। तो SDNP जिहड़ा हुण सस्टेनेबल डिवेलपमेंट नैटवर्किंग प्रोग्राम, एक होर अजिहा नैटवर्क प्रोजैक्ट है जो ਵੱਖ-ਵੱਖ विषयों जिवें प्रदूषण, जैविक विभिन्नता, जंगली जीवन की सांभ संभाल, खेतीबाड़ी, बायोटैक्नोलॉजी, गरीबी, दैन जलवायु परिवर्तन के बारे सूचना प्रदान करता है। एक होर हो गया तो साडा जिहड़ा नैशनल लैवल का सीगा इनविस जिहड़ा, ठीक है, वो हो गया। तो एक ये SDNP हो गया। सन 1990 के विच SDNP की स्थापना जिहड़ी वो संसार पद्धर ते कीती गई सी। इहदा मतलब हुण ये अंतरराष्ट्रीय लैवल के उत्ते है। साडा जिहड़ा इंडिया का वो इनविस है, ठीक है, पंजाब का जिहड़ा वो PSCST है एंड संसार लैवल का जिहड़ा वो SDNP है, जिसका फुल फॉर्म की है सस्टेनेबल डिवेलपमेंट नैटवर्किंग प्रोग्राम, राइट। 1990 के विच इहनूं सैट किया अंतरराष्ट्रीय पद्धर के उत्ते जो नीति घाड़ियां नूं टिकाऊ विकास नाल संबंधित उपलब्ध जानकारी जिहड़ी है प्राप्त करन दे लई बनाया है, जो टिकाऊ विकास दी नीतियां बनाउण वेले लोड़ींदी हुंदी है। ये टिकाऊ विकास संबंधित जानकारी एकत्र करते हैं अते प्रदान भी करते हैं अते इनविस दे नाल मिल के काम करते, मतलब हर देश के नाल मिल के काम करते होणगे, उन्हां दी जो भी साइट है उहदे नाल मिल के काम करते हैं। तो ये अंतरराष्ट्रीय लैवल के उत्ते होगी तो साडे देश की इनविस दे नाल भी मिल के काम करते हैं। SDNP दे देश के ਵੱਖ-ਵੱਖ हिस्सों के विच टिकाऊ विकास के विषय खेतरां ते आधारित नोड स्थापित किए गए हैं, जिथों की इनफॉर्मेशन इकट्ठी, मतलब सानूं पता होएगा कि असीं जिहड़े साडे पंजाब ने जिहड़ी अंतरराष्ट्रीय संस्था है इहदे लई इनफॉर्मेशन जिहड़ी देनी है तो वो कित्थे देनी है, पहला वो इनविस च जाएगी, इनविस तो फिर SDNP ते जाएगी। तो इदां नोड बने हुए होंदे आ, वो उन्हां ते इनफॉर्मेशन इकट्ठी की जाती है। हरेक नोड दिते गए विषय के नाल संबंधित स्थानक भाषा दे विच जो उत्थे दी भाषा है उहदे विच वैबसाइट तैयार करन दे विच रुझिया होया है। इहदी जिहड़ी साइट है वो है www.sdnp.delhi.nic.in
ਨਾਂ ਦੀ ਵੈਬਸਾਈਟ ਖੋਲ੍ਹੀ ਹੈ, ਜਿੱਥੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। SDNP ਇੰਡੀਆ ਇਨਵਿਸ ਦੇ ਦੁਆਰਾ ਭਾਰਤ ਸਰਕਾਰ ਮਤਲਬ GOI ਗਵਰਨਮੈਂਟ ਆਫ ਇੰਡੀਆ ਦੇ ਇੱਕ ਪ੍ਰੋਗਰਾਮ ਅਧੀਨ ਚਾਲੂ ਕੀਤੀ ਗਈ ਹੈ। ਮਤਲਬ ਇਹਨਾਂ ਨੂੰ ਇਕੱਠਾ ਕਰ ਦਿੱਤਾ। SDNP ਜਿਹੜੀ ਅੰਤਰਰਾਸ਼ਟਰੀ ਲੈਵਲ ਦੀ ਹੈ ਤੇ ਇੰਡੀਆ ਦੇ ਨਾਲ ਜੋੜ ਕੇ, ਇਨਵਿਸ ਦੇ ਨਾਲ ਮਤਲਬ ਜੋੜ ਕੇ ਇੱਕ ਸਾਈਟ ਜਿਹੜੀ ਉਹ ਬਣਾ ਦਿੱਤੀ ਗਈ ਹੈ, ਜੋ ਇੰਡੀਆ ਦੀ ਅੰਤਰਰਾਸ਼ਟਰੀ ਲੈਵਲ ਇੰਡੀਆ ਦੇ ਵਿੱਚ ਤੁਸੀਂ ਅੰਤਰਰਾਸ਼ਟਰੀ ਲੈਵਲ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਵੀ ਸਕਦੇ ਹੋ। ਔਰ ਸਾਡੀ ਜਿਹੜਾ ਦੇਸ਼ ਹੈ ਉਹ ਇਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਯੋਜਨਾਬੱਧ ਤਰੀਕੇ ਦੇ ਨਾਲ ਜਿੱਦਾਂ ਵੀ ਇਹ ਮੰਗਦੇ ਹੋਣਗੇ ਉੱਦਾਂ ਦਿੰਦਾ ਵੀ ਹੋਏਗਾ। ਇਹ ਤੁਸੀਂ 3 ਸਾਈਟਸ ਜਿਹੜੀਆਂ ਪੜ੍ਹ ਲਈਆਂ, ਠੀਕ ਹੈ। ਸੋ ਇੱਕ ਹੋ ਗਈ ਇਨਵਿਸ ਸਾਡੀ ਇੰਡੀਆ ਦੀ, ਇੱਕ ਪੰਜਾਬ ਦੀ ਤੇ ਇੱਕ ਅੰਤਰਰਾਸ਼ਟਰੀ। ਉਸ ਤੋਂ ਬਾਅਦ ਹੁਣ ENREEE, ਠੀਕ ਹੈ। ENREE ਇਹ ਕੀ ਹੈ? E ਮਤਲਬ ਸੋ ਜਦੋਂ ਆਪਾਂ ਲੈਂਦੇ ਨਿਊਜ਼ ਲੈਟਰ, ਠੀਕ ਹੈ, ਇੰਗਲਿਸ਼ ਵਿੱਚ ਨਿਊਜ਼ ਲੈਟਰ ਔਨ ਰਿਨਿਊਏਬਲ ਐਨਰਜੀ ਐਂਡ ਐਨਵਾਇਰਨਮੈਂਟ, ਠੀਕ ਹੈ। ਸੋ ਇਹ ਹੈ ਨਿਊਜ਼ ਲੈਟਰ, ਨਿਊਜ਼ ਲੈਟਰ ਔਨ ਰਿਨਿਊਏਬਲ ਐਨਰਜੀ ਐਂਡ ਇਨਵਾਇਰਨਮੈਂਟ। ਇੱਕ ਤਿਮਾਹੀ ਮਤਲਬ ਇੱਕ ਮੈਗਜ਼ੀਨ ਹੈ ਕਹਿ ਲਓ ਇੱਕ ਤਰ੍ਹਾਂ ਦਾ, ਠੀਕ ਹੈ। ਨਿਊਜ਼ ਲੈਟਰ ਜਿਹੜਾ, ਠੀਕ ਹੈ, ਇਹ ਹਰ ਤਿਮਾਹੀ ਦੇ ਵਿੱਚ ਇੱਕ ਵਾਰੀ, ਠੀਕ ਹੈ, ਬਿਲਕੁਲ ਮੁਫਤ ਬਿਨਾਂ ਕਿਸੇ ਕੀਮਤ ਦੇ ਇਲੈਕਟ੍ਰੋਨਿਕ ਨਿਊਜ਼ ਲੈਟਰ ਹੈ। ਮਤਲਬ ਇਲੈਕਟ੍ਰੋਨਿਕ ਦੇ ਲਈ ਹੋ ਗਿਆ ਨਾ, ਠੀਕ ਹੈ। ਤਾਂ ਇਹਦਾ ਮਤਲਬ ਹਾਰਡ ਕਾਪੀ ਦੇ ਵਿੱਚ ਨਹੀਂ ਹੈ, ਇਹ ਤੁਹਾਨੂੰ ਇੰਟਰਨੈਟ ਦੇ ਉੱਤੇ ਹੀ ਮਿਲੇਗਾ। ਨਿਊਜ਼ ਲੈਟਰ ਇਹ ਇਲੈਕਟ੍ਰੋਨਿਕ ਹੈ, ਜੋ ਇਨਵਿਸ ਦੇ ਦੁਆਰਾ, ਸਾਡੇ ਭਾਰਤੀ ਇਨਵਿਸ ਦੇ ਦੁਆਰਾ ਹੀ ਰਿਨਿਊਏਬਲ ਐਨਰਜੀ, ਰਿਨਿਊਏਬਲ ਕਿਹਨੂੰ ਕਹਿੰਦੇ ਆਪਾਂ? ਉਹ ਐਨਰਜੀ ਦੇ ਸੋਰਸ ਜਿਨ੍ਹਾਂ ਨੂੰ ਆਪਾਂ ਦੁਬਾਰਾ ਬਣਾ ਸਕਦੇ ਹਾਂ, ਹਵਾ, ਪਾਣੀ, ਠੀਕ ਹੈ, ਜਿੱਦਾਂ। ਤਾਂ ਰਿਨਿਊਏਬਲ ਐਨਰਜੀ ਐਂਡ ਇਨਵਾਇਰਨਮੈਂਟ ਸਿਰਲੇਖ ਦੇ ਹੇਠ ਦਾ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ TERI ਨਵੀਂ ਦਿੱਲੀ ਵੱਲੋਂ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਭਾਰਤ ਸਰਕਾਰ ਦੁਆਰਾ ਛਾਪਿਆ ਜਾਂਦਾ ਹੈ, ਠੀਕ ਹੈ। ਸੋ ਮੰਤਰਾਲੇ ਸਾਡਾ ਉਹੀ ਹੈ, ਜੰਗਲਾਤ ਮੰਤਰਾਲਾ ਜਿਹੜਾ, ਤੇ ਇਹ ਜਿਹੜੀ ਹੈ ਇੱਕ ਜਿਹੜੀ ਪਬਲਿਸ਼ਿੰਗ ਕਹਿ ਲਓ ਕੰਪਨੀ ਹੈ। ਸੋ ਦਾ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ ਹੈ TERI, ਉਹਨਾਂ ਦੇ ਵੱਲੋਂ ਇਹ ਛਾਪਿਆ ਜਾਂਦਾ ਹੈ। ਇਸ ਦਾ ਉਦੇਸ਼ ਹੈ ਵਿਕਾਸ ਦੇ ਨਾਲ ਸੰਬੰਧਿਤ ਨਵੀਂ ਜਾਣਕਾਰੀ ਨੂੰ ਡਿਜੀਟਲਾਈਜ਼ਡ ਰੂਪ ਦੇ ਵਿੱਚ ਛਾਪਣਾ, ਮਤਲਬ ਇਲੈਕਟ੍ਰੋਨਿਕ ਰੂਪ ਦੇ ਵਿੱਚ ਉਹਨੂੰ ਛਾਪਣਾ, ਹਾਰਡ ਕਾਪੀ ਨਹੀਂ, ਇਲੈਕਟ੍ਰੋਨਿਕ ਰੂਪ ਦੇ ਵਿੱਚ ਛਾਪਣਾ। ENREE ਜਿਹੜਾ ਇੱਥੇ E ਛੋਟਾ ਲਿਖ ਸਕਦੇ ਹੋ ਤੁਸੀਂ, ਠੀਕ ਹੈ। ਸੋ ENREE ਜਿਹੜਾ ਇੱਕ ਹੋਰ TIDEE, ਇਹ ਕੀ ਹੈ? TIDEE ਇਹਦੀ ਫੁੱਲ ਫਾਰਮ ਆ ਦਿੱਤੀ ਹੋਈ ਹੈ, ਠੀਕ ਹੈ। TERI ਜਿਹੜਾ ਤੁਸੀਂ ਉੱਪਰ ਪੜ੍ਹਿਆ, ਦਾ ਐਨਰਜੀ ਐਂਡ ਰਿਸੋਰਸ ਇੰਸਟੀਚਿਊਟ, ਠੀਕ ਹੈ। TERI ਇਨਫੋਰਮੇਸ਼ਨ ਡਾਈਜੈਸਟ ਹੈ, ਇਨਫੋਰਮੇਸ਼ਨ ਡਾਈਜੈਸਟ ਔਨ ਐਨਰਜੀ ਐਂਡ ਐਨਵਾਇਰਨਮੈਂਟ, ਜੋ ਇਨਵਿਸ ਸੈਂਟਰ ਦਾ ਮੌਜੂਦਾ ਜਰਨਲ ਦੇ ਨਾਲ ਛਪਦਾ ਹੈ, ਠੀਕ ਹੈ। ਜੋ ਇਨਵਿਸ ਦਾ ਆਪਣਾ ਜਿਹੜਾ ਛਪਦਾ ਉਹਦੇ ਨਾਲ ਇਹ ਇੱਕ ਹੋਰ ਛਾਪਿਆ ਜਾਂਦਾ ਹੈ। ENREE ਜਿਹੜਾ ਉਹ ਇੱਕ ਹੋਰ ਜਿਹੜਾ TIDEE ਜਿਹੜਾ ਉਹ ਵੀ ਛਾਪਦਾ ਹੈ। ਵੱਧ ਜਾਣਕਾਰੀ ਲੈਣ ਦੇ ਲਈ ENREE ਨੂੰ ਇਲੈਕਟ੍ਰੋਨਿਕ ਰੂਪ ਦੇ ਵਿੱਚ PDF ਫਾਰਮੈਟ ਦੇ ਉਪਲਬਧ ਕਰਾਇਆ ਗਿਆ ਹੈ। ਇਹ ਸੂਚਨਾ ਪੱਤਰ ਨੀਤੀ ਘਾੜਿਆਂ, ਸਲਾਹਕਾਰਾਂ, ਵਿੱਦਿਆ ਦੇ ਖੇਤਰ ਦੇ ਵਿੱਚ ਵਿਦਿਆਰਥੀਆਂ ਜੋ ਨਵਿਆਉਣਯੋਗ ਊਰਜਾ ਸਰੋਤਾਂ ਦੇ ਤੇ ਵਾਤਾਵਰਣ ਦੇ ਉੱਪਰ ਕੰਮ ਕਰ ਰਹੇ ਹਨ ਲਈ ਲਾਹੇਵੰਦ ਹੋਵੇਗਾ। ਅਗਰ ਕੋਈ ਵਿਅਕਤੀ ਜਿਹੜਾ ਰਿਸਰਚ ਕਰ ਰਿਹਾ ਹੈ ਤਾਂ ਉਹਨੂੰ, ਵਿਦਿਆਰਥੀ ਕੋਈ ਰਿਸਰਚ ਕਰ ਰਿਹਾ ਨਵਿਆਉਣਯੋਗ ਊਰਜਾ ਸਰੋਤਾਂ ਦੇ ਉੱਤੇ ਮੰਨ ਲਓ, ਤਾਂ ਉਹਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਉਹ ਇਹਨਾਂ ਦੇ ਉੱਤੇ PDF ਜਿਹੜਾ ਫਾਰਮ ਹੈ, ਉਹ ਇਲੈਕਟ੍ਰੋਨਿਕ ਫਾਰਮ ਹੈ, ਉਹਨੂੰ ਕੱਢ ਕੇ ਉਹਦੇ ਤੋਂ ਇਨਫੋਰਮੇਸ਼ਨ ਲੈ ਸਕਦਾ ਹੈ। ਤਾਂ ਇਹ ਸੀਗਾ ਸਾਡਾ ਅਲੱਗ-ਅਲੱਗ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਦੇ ਸਰੋਤ ਹੈ। ਵਾਤਾਵਰਣ ਪ੍ਰਤੀ ਜਾਗਰੂਕਤਾ ਤੇ ਸੂਚਨਾ ਦਾ ਆਦਾਨ ਪ੍ਰਦਾਨ ਵਿਅਕਤੀ ਦੇ ਸੁਭਾਅ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਦੀ ਜ਼ਰੂਰਤ ਪ੍ਰਤੀ ਇਕਸਾਰ ਰੱਖਣ ਦੇ ਵਿੱਚ ਵੀ ਜ਼ਰੂਰੀ ਹੈ, ਠੀਕ ਹੈ। ਇਹ ਸਾਨੂੰ ਅਸੀਂ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲਦੀ ਹੈ ਉਹ ਸਾਨੂੰ ਕਾਫੀ ਜਾਗਰੂਕਤਾ ਪ੍ਰਦਾਨ ਕਰਦੀ ਹੈ। ਜਾਗਰੂਕਤਾ ਦਾ ਸੰਬੰਧ ਆਮ ਲੋਕਾਂ ਅਤੇ ਖਾਸ ਵਰਗਾਂ ਜਿਵੇਂ ਜਵਾਨ, ਬਾਲਗ, ਸ਼ਹਿਰੀ ਵਸਨੀਕਾਂ, ਉਦਯੋਗਪਤੀਆਂ ਅਤੇ ਠੇਕੇਦਾਰਾਂ, ਮਿਊਨਿਸਪਲ ਐਂਡ ਆਮ ਕਾਮਿਆਂ ਸਾਰਿਆਂ ਦੇ ਨਾਲ ਹੈ। ਜਾਗਰੂਕਤਾ ਦਾ ਮਨੋਰਥ ਕੇਵਲ ਵਾਤਾਵਰਣ ਪ੍ਰਤੀ ਅੰਦਰੂਨੀ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਹੈ, ਸਗੋਂ ਗੈਰ ਜ਼ਿੰਮੇਦਾਰ ਕਿਰਿਆਵਾਂ ਜਿਵੇਂ ਕਿ ਆਮ ਲੋਕਾਂ ਦੀ ਸਿਹਤ, ਜੀਵਨਯੋਗ ਹਾਲਤਾਂ, ਸਾਫ ਸਫਾਈ ਅਤੇ ਰੋਜੀ ਰੋਟੀ ਆਦਿ ਦੇ ਨਾਲ ਵੀ ਸੰਬੰਧਿਤ ਜਾਣਕਾਰੀ ਵਧਾਉਣ ਦੇ ਵਿੱਚ ਇਹਨੂੰ ਇਸਤੇਮਾਲ ਕੀਤਾ ਜਾਂਦਾ ਹੈ। ਵਾਤਾਵਰਣ ਸਿੱਖਿਆ ਤੇ ਜਾਗਰੂਕਤਾ ਪੈਦਾ ਕਰਨਾ ਜਿਹੜਾ, ਸੋ ਵਾਤਾਵਰਣ ਸਿੱਖਿਆ ਤੇ ਜਾਗਰੂਕਤਾ ਪੈਦਾ ਕਰਨਾ। ਭਾਰਤ ਸਰਕਾਰ ਦੁਆਰਾ ਵਾਤਾਵਰਣ ਦੇ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਦੇ ਵਿੱਚ ਸਮਰੱਥਾ ਬਣਾਉਣ ਦੇ ਲਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਟਿਕਾਊ ਵਿਕਾਸ ਦੇ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦਾ ਅਟੁੱਟ ਹਿੱਸਾ ਹਨ। ਗੈਰ ਸਰਕਾਰੀ ਜਥੇਬੰਦੀਆਂ ਦੀ ਮਦਦ ਦੇ ਨਾਲ ਅਧਿਆਪਕਾਂ ਦੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਹਨ।
जो दो बहुत वधिया केंद्र सेंटर फॉर इन्वायरमेंट एजुकेशन अहमदाबाद ਅਤੇ ਇਨਵਾਇਰਮੈਂਟ ਐਜੂਕੇਸ਼ਨ ਸੈਂਟਰ ਚੇਨਈ, ਇਹ ਗੈਰ ਸਰਕਾਰੀ ਸੰਸਥਾਵਾਂ ਜਿਹੜੀਆਂ ਨੂੰ ਮਦਦ ਦਿੰਦੇ ਹਨ। ਠੀਕ ਹੈ, ਸੋ ਇਸ ਤਰ੍ਹਾਂ ਅਸੀਂ ਟ੍ਰੇਨਿੰਗ ਸੈਂਟਰਸ ਜਿਹੜੇ ਆ ਉਹ ਅਧਿਆਪਕਾਂ ਦੇ ਲਈ ਬਣਾਏ ਹੋਏ ਆ। ਭਾਰਤ ਸਰਕਾਰ ਦੀਆਂ ਗੈਰ ਸਰਕਾਰੀ ਵਾਤਾਵਰਣੀ ਸਿੱਖਿਆ ਤੇ ਜਾਗਰੂਕਤਾ ਦੀਆਂ ਕੋਸ਼ਿਸ਼ਾਂ ਹੇਠ ਲਿਖੇ ਅਨੁਸਾਰ ਹਨ। ਰਾਸ਼ਟਰੀ ਵਾਤਾਵਰਣ ਚੇਤਨਾ ਮੁਹਿੰਮ, ਠੀਕ ਹੈ, ਨੈਸ਼ਨਲ ਇਨਵਾਇਰਨਮੈਂਟ ਅਵੇਅਰਨੈਸ ਕੈਂਪੇਨ ਜਿਹਨੂੰ ਅਸੀਂ ਬੋਲਦੇ ਹਾਂ NEAC, ਈਕੋ ਕਲੱਬ ਬਣਾਉਣਾ, ਪਰਿਆਵਰਣ ਵਾਹਿਨੀਆਂ ਹੁੰਦੀਆਂ, ਸੈਮੀਨਾਰ, ਸਿੰਪੋਜ਼ੀਅਮ, ਕਾਨਫਰੰਸ ਤੇ ਵਰਕਸ਼ਾਪਾਂ ਕਰਾਉਣਾ। ਰਾਜਾਂ ਦੀਆਂ ਜਿਹੜੀਆਂ ਬੱਸਾਂ ਹੈ ਸਾਡੀਆਂ, ਉਹਨਾਂ ਦੇ ਉੱਤੇ ਵੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਐਡਵਰਟਾਈਜ਼ਮੈਂਟ ਦੇ ਲਈ ਪੋਸਟਰਸ ਲੱਗੇ ਹੋਏ ਹੁੰਦੇ ਆ, ਤਾਂ ਉਹ ਵੀ ਵਾਤਾਵਰਣ ਨੂੰ, ਸਾਨੂੰ ਗੁਣਵੱਤਾ ਨੂੰ ਠੀਕ ਰੱਖਣ ਦੇ ਲਈ ਜਾਗਰੂਕ ਕਰਦੇ ਆ। ਵਾਤਾਵਰਣ ਦੇ ਨਾਲ ਸੰਬੰਧਿਤ ਖੇਤਰਾਂ ਦੇ ਉੱਪਰ ਫਿਲਮਾਂ ਬਣਾ ਕੇ, ਸ਼ਾਰਟ ਫਿਲਮਸ ਬਣਦੀਆਂ ਬਹੁਤ ਸਾਰੀਆਂ ਸਰਕਾਰ ਵੱਲੋਂ, ਬੱਚਿਆਂ ਨੂੰ ਟਾਈਮ ਤੇ ਦਿਖਾਈਆਂ ਵੀ ਜਾਂਦੀਆਂ। ਗੱਲਬਾਤ ਅਤੇ ਜਾਗਰੂਕਤਾ ਪ੍ਰੋਗਰਾਮ ਕਰਨੇ, ਡਿਸਕਸ਼ਨਸ ਜਿਹਨਾਂ ਨੂੰ ਅਸੀਂ ਬੋਲਦੇ ਹਾਂ, ਆਪਾਂ ਕਰਾਉਂਦੇ ਹਾਂ ਟਾਈਮ ਤੇ। ਅਰਲੀ ਚਾਈਲਡਹੁੱਡ ਐਜੂਕੇਸ਼ਨ ਸਕੀਮ, ਤਾਂ ਜੋ ਸਕੂਲ ਦੇ ਵਿੱਚੋਂ ਦੀ ਛੋਟੀ ਉਮਰ ਦੇ ਬੱਚਿਆਂ ਦੇ ਪੜ੍ਹਾਈ ਅੱਧ ਦੇ ਵਿੱਚ ਛੱਡਣ ਨੂੰ ਠੱਲ ਪਾਈ ਜਾ ਸਕੇ, ਵਿੱਚੋਂ ਹੀ ਬੱਚੇ ਜਿਹੜੇ ਡਰੋਪ ਆਊਟ ਹੋ ਜਾਂਦੇ ਆ ਉਹਨੂੰ ਰੋਕਿਆ ਜਾ ਸਕੇ, ਅਤੇ ਵਿੱਦਿਆ ਪੱਖੋਂ ਪਿਛੜੇ ਇਲਾਕਿਆਂ ਦੇ ਵਿੱਚ ਪ੍ਰਾਇਮਰੀ ਸਿੱਖਿਆ ਦਿੱਤੀ ਜਾ ਸਕੇ। ਸੋ ਬਹੁਤ ਹੀ ਪਿਛੜੇ ਜਿਹੜੇ ਇਲਾਕੇ ਆ ਉੱਥੇ ਘੱਟੋ ਘੱਟ ਪ੍ਰਾਇਮਰੀ ਸਕੂਲ ਇੱਕ ਜ਼ਰੂਰ ਹੋਣਾ ਚਾਹੀਦਾ ਕਿ ਉੱਥੇ ਬੱਚਿਆਂ ਨੂੰ ਆਪਾਂ ਐਜੂਕੇਸ਼ਨ ਦਿੱਤੇ ਦੇਈਏ ਅਤੇ ਵਾਤਾਵਰਨ ਦੇ ਪ੍ਰਤੀ ਵੀ ਉਹਨਾਂ ਨੂੰ ਜਾਗਰੂਕ ਕਰੀਏ। ਤਾਂ ਇਹ ਚੀਜ਼ਾਂ ਜਿਹੜੀਆਂ, ਜੇ ਹੁਣ ਬੱਚਾ ਡਰੋਪ ਆਊਟ ਕਰ ਗਿਆ ਤਾਂ ਵਾਤਾਵਰਨ ਦੇ ਪ੍ਰਤੀ ਸੁਚੇਤ ਕਿੱਦਾਂ ਹੋ ਸਕਦਾ, ਕਿਉਂਕਿ ਹੁਣ ਜਦੋਂ ਤੁਸੀਂ ਪੜ੍ਹ ਰਹੇ ਹੋ ਵਾਤਾਵਰਨ, 11th 'ਚ ਵੀ ਪੜ੍ਹ ਰਹੇ ਹੋ, 12th 'ਚ ਵੀ ਪੜ੍ਹੋਗੇ, ਅੱਗੇ ਵੀ ਤੁਸੀਂ ਪੜ੍ਹੋਗੇ, ਪਿੱਛੇ ਵੀ ਤੁਸੀਂ ਕਲਾਸਿਸ 'ਚ ਪੜ੍ਹਿਆ ਹੈ, ਅਤੇ ਇਹ ਹੌਲੀ ਹੌਲੀ ਸਾਡੇ ਦਿਮਾਗ ਦੇ ਉੱਤੇ ਬਹੁਤ ਅਸਰ ਪਾਉਂਦਾ ਹੈ। ਤਾਂ ਇਸ ਲਈ ਅਸੀਂ ਸੁਚੇਤ ਹੋ ਜਾਂਦੇ ਹਾਂ ਆਪਣੇ ਵਾਤਾਵਰਨ ਦੇ ਲਈ। ਤਾਂ ਇਹ ਸੀਗੇ ਸਟੂਡੈਂਟਸ ਤੁਹਾਡੇ 4 ਪੜ੍ਹਾਅ ਇਸ ਚੈਪਟਰ ਦੇ, ਅਤੇ ਇਸ ਤੋਂ ਬਾਅਦ ਹੁਣ ਇਹ ਅਭਿਆਸ ਦੇ ਕੁਐਸਚਨਸ ਹੈਗੇ ਆ। ਠੀਕ ਹੈ, ਸੋ ਜਿੱਦਾਂ ਇਹ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ, ਵਾਤਾਵਰਣੀ ਪ੍ਰਬੰਧਨ ਦੇ ਲਈ ਅਪਣਾਈਆਂ ਜਾਣ ਵਾਲੀਆਂ ਕੁਝ ਪਹੁੰਚਾਂ ਦਾ ਵਰਣਨ ਕਰਨਾ ਆਪਾਂ। ਤਾਂ ਉਸ ਤੋਂ ਬਾਅਦ ਇਹ 4 ਜਿਹੜੀਆਂ ਪਹੁੰਚਾਂ ਆਪਾਂ ਜਿਹੜੀ ਕੀਤੀਆਂ ਡਿਸਕਸ। ਇਕੋ ਮਾਰਕ ਆਪਾਂ ਹੁਣੇ ਪੜ੍ਹਿਆ ਤੋਂ ਕੀ ਭਾਵ ਹੈ, ਵਾਤਾਵਰਣ ਮਿਆਰਾਂ ਤੋਂ ਕੀ ਭਾਵ ਹੈ, ਵਾਤਾਵਰਣ ਦੀ ਹਾਲਤ ਦਾ ਪਤਾ ਲਗਾਉਣ ਦੇ ਲਈ ਸੂਚਕ ਕਿਵੇਂ ਮਦਦ ਕਰਦੇ ਹੈ, ਪ੍ਰਵੇਸ਼ੀ ਮਿਆਰਾਂ ਤੋਂ ਕੀ ਭਾਵ ਹੈ, SDNP ਤੋਂ ਕੀ ਭਾਵ ਹੈ, ਫੁੱਲ ਫਾਰਮ ਲਿਖਣੀ ਹੈ ਤੁਸੀਂ। ਲੰਬੇ ਉੱਤਰਾਂ ਵਾਲੇ ਪ੍ਰਸ਼ਨ, ਵਾਤਾਵਰਣ ਦੇ ਪ੍ਰਬੰਧਨ ਦੇ ਵਿੱਚ ਆਰਥਿਕ ਪਾਲਿਸੀਆਂ ਦੀ ਪਹਿਲਾ ਜਿਹੜਾ ਤੁਹਾਡਾ ਲੈਕਚਰ ਸੀਗਾ ਉਹਦੇ ਵਿੱਚ ਕੁਝ ਵਾਤਾਵਰਣੀ ਸੂਚਕਾਂ ਦੇ ਨਾਮ ਲਿਖੋ। ਜੈਵ ਸੂਚਕਾਂ ਤੋਂ ਕੀ ਭਾਵ ਹੈ, ਉਦਾਹਰਨ ਦਿਓ, ਇਹ ਸਾਡਾ ਸੈਕੰਡ ਲੈਕਚਰ ਸੀਗਾ। ਵਾਤਾਵਰਣ ਦੇ ਪ੍ਰਬੰਧਨ ਦੇ ਵਿੱਚ ਸੂਚਨਾ ਦੇ ਆਦਾਨ ਪ੍ਰਦਾਨ ਦੀ ਕੀ ਭੂਮਿਕਾ ਹੈ, ਇਹ ਆਪਣਾ ਤੀਸਰਾ ਲੈਕਚਰ ਹੈ। ਵਾਤਾਵਰਣ ਦੀ ਸਿਹਤ ਕਾਇਮ ਰੱਖਣ ਦੇ ਲਈ ਮਾਨਕਾਂ ਦਾ ਨਿਰਧਾਰਨ, ਸੂਚਨਾ ਦਾ ਆਦਾਨ ਪ੍ਰਦਾਨ ਵਾਲਾ ਜਿਹੜਾ ਸਾਡਾ ਚੌਥਾ ਸੀਗਾ, ਜਿਹੜਾ ਅਸੀਂ ਲੈਕਚਰ ਹੁਣ ਕਰ ਰਹੇ ਹਾਂ। ਔਰ ਤੀਸਰਾ ਜਿਹੜਾ ਤੁਹਾਡਾ ਇਹ ਸੀਗਾ ਮਾਨਕਾਂ ਦੇ ਨਿਰਧਾਰਨ ਕਿਉਂ ਜ਼ਰੂਰੀ ਹਨ, ਇਹ ਅਸੀਂ ਤੀਸਰੇ ਲੈਕਚਰ 'ਚ ਕੀਤਾ। ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ, ਇਹ ਅਸੀਂ ਅੱਜ ਹੀ ਹੁਣ ਜਿਹੜਾ ਕੀਤਾ। ਤੁਸੀਂ ਇਸ ਤੋਂ ਜਾਣਕਾਰੀ ਕਿਵੇਂ ਇਕੱਤਰ ਕਰ ਸਕਦੇ ਹੋ, ਇਹਦੇ 'ਚ ਤੁਸੀਂ ਡਿਫਰੈਂਟ ਜਿਹੜੀਆਂ ਵੈਬਸਾਈਟਸ ਹੈ ਉਹਨਾਂ ਦਾ ਵਰਣਨ, ਮੈਗਜ਼ੀਨ ਦਾ ਜਿਹੜਾ ਵਰਣਨ ਆਪਾਂ ਹੁਣੇ ਕੀਤਾ ਨਿਊਜ਼ ਟੈਲਰ ਦਾ, ਉਹ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਇਹ ਸਾਰੀ ਜਾਣਕਾਰੀ ਜਿਹੜੀ ਹੈ ਤੁਸੀਂ ਇਹਦੇ 'ਚ ਦੇਣੀ ਹੈ, ਮਤਲਬ ਇਹ ਲੰਬੇ ਪ੍ਰਸ਼ਨਾਂ ਵਾਲੇ ਉੱਤਰ ਹੈ ਤੁਹਾਡੇ। ਨਾਜ਼ੁਕ ਸੋਚ ਉਭਾਰਨ ਵਾਲੇ ਕੁਝ ਪ੍ਰਸ਼ਨ ਜਿਹੜੇ ਆ। ਕ੍ਰਿਸ਼ਨ ਕੈਮੀਕਲ ਫੈਕਟਰੀ ਦੇ ਵਿੱਚ, ਕੈਮੀਕਲ ਫੈਕਟਰੀ ਇੱਕ ਵੱਡੀ ਫੈਕਟਰੀ ਹੈ ਜੋ ਰਸਾਇਣਿਕ ਪੈਦਾ ਕਰਕੇ ਰਾਜ ਦੇ ਬਹੁਤ ਸਾਰੇ ਉਦਯੋਗਾਂ ਨੂੰ ਦਿੰਦੀ ਹੈ, ਰਸਾਇਣ ਪੈਦਾ ਕਰਦੀ ਹੈ ਮਤਲਬ ਇਹ। ਇੱਥੇ ਲਗਭਗ 6000 ਕਾਮੇ ਕੰਮ ਕਰਦੇ ਹਨ। ਇਸ ਫੈਕਟਰੀ ਦਾ ਵਿਅਰਥ ਪਾਣੀ ਇੱਕ ਨੇੜੇ ਵਗਦੀ ਨਦੀ ਦੇ ਵਿੱਚ ਡਿੱਗਦਾ ਹੈ। ਨਦੀ ਦੇ ਕਿਨਾਰੇ ਵਸਦੇ ਪੇਂਡੂ ਇਸ ਦਾ ਵਿਰੋਧ ਕਰ ਰਹੇ ਹਨ ਕਿ ਇਸ ਪਾਣੀ ਦੇ ਕਾਰਨ ਉਹਨਾਂ ਦੀ ਖੇਤੀਯੋਗ ਭੂਮੀ ਬਰਬਾਦ ਹੋ ਰਹੀ ਹੈ। ਇਸ ਦੇ ਕਾਰਨ ਉਹਨਾਂ ਦੇ ਪਸ਼ੂ ਮਾਰੇ ਗਏ ਹਨ ਅਤੇ ਚਮੜੀ ਰੋਗ ਵੀ ਉਹਨਾਂ ਨੂੰ ਹੋ ਗਏ ਹਨ। ਇੱਕ ਪੜ੍ਹੇ ਲਿਖੇ ਨਾਗਰਿਕ ਹੋਣ ਦੇ ਨਾਤੇ ਕੀ ਤੁਸੀਂ ਅੱਗੇ ਲਿਖੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ? ਕ੍ਰਿਸ਼ਨ ਕੈਮੀਕਲ ਫੈਕਟਰੀ ਦੇ ਦੁਆਰਾ ਕਿਹੜੇ ਕਾਨੂੰਨਾਂ ਦਾ ਉਲੰਘਣ ਕੀਤਾ ਗਿਆ ਹੈ? ਇਹ 'ਚ ਉਲੰਘਣ ਦੱਸਣੇ ਤੁਸੀਂ ਵੀ ਕਿਹੜੇ ਉਹਨੇ ਉਲੰਘਣ ਕੀਤੇ ਹੈ। ਇਸ ਫੈਕਟਰੀ ਦੇ ਦੁਆਰਾ ਕਿਹੜੇ ਵਾਤਾਵਰਣੀ ਮਿਆਰ ਨਹੀਂ ਅਪਣਾਏ ਜਾ ਰਹੇ ਹਨ? ਇਸ ਫੈਕਟਰੀ ਦੇ ਦੁਆਰਾ ਪਿੰਡ ਦੇ ਵਿੱਚ ਵਧੇ ਹੋਏ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣ ਦੇ ਲਈ ਕਿਹੜੇ ਵਾਤਾਵਰਣੀ ਮਾਨਕ ਵਰਤੇ ਜਾ ਸਕਦੇ ਹਨ? ਤੁਸੀਂ ਇਹ ਜਾਣਕਾਰੀ ਰਾਜ ਦੇ ਅਧਿਕਾਰੀਆਂ ਤੱਕ ਕਿਵੇਂ ਪਹੁੰਚਾ ਸਕਦੇ ਹੋ? ਜਿੰਨੀਆਂ ਵੀ ਸਾਡੀਆਂ ਵੈਬਸਾਈਟਸ ਹੈ ਉੱਪਰ ਆਪਾਂ ਮੈਂਸ਼ਨ ਕੀਤੀਆਂ, ਇਹਨਾਂ ਦੇ ਵਿੱਚ ਗ੍ਰੀਵੈਂਸਿਸ ਦਾ ਵੀ ਇੱਕ ਕਾਲਮ ਬਣਿਆ ਹੋਇਆ ਹੁੰਦਾ। ਮਤਲਬ ਤੁਸੀਂ ਆਪਣੀਆਂ ਕੋਈ ਸਮੱਸਿਆਵਾਂ ਹੈ, ਗ੍ਰੀਵੈਂਸਿਸ ਮਤਲਬ ਸਮੱਸਿਆਵਾਂ, ਤਾਂ ਸਮੱਸਿਆਵਾਂ ਜਿਹੜੀਆਂ ਤੁਸੀਂ ਉਹਦੇ 'ਤੇ ਕਲਿੱਕ ਕਰਕੇ ਜਦੋਂ ਤੁਸੀਂ ਉਸ ਸਾਈਟ ਨੂੰ ਖੋਲੋਗੇ, ਉਹਦੇ 'ਤੇ ਗ੍ਰੀਵੈਂਸਿਸ ਵਾਲੀ ਥਾਂ ਨੂੰ ਤੁਸੀਂ ਕਲਿੱਕ ਕਰੋਗੇ, ਉੱਥੇ ਤੁਸੀਂ ਜੋ ਵੀ ਆਪਣੇ ਇਲਾਕੇ ਦੀ ਸਮੱਸਿਆ ਉਹ ਲਿਖ ਸਕਦੇ ਹੋ। ਤਾਂ ਇਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ। ਵਾਦ ਵਿਵਾਦ ਪੰਜਾਬ ਦੇ ਵਾਤਾਵਰਣ ਦੀ ਸਥਿਤੀ ਦੀ ਜਾਣਕਾਰੀ ਤੁਸੀਂ ਕਿੱਥੋਂ ਪ੍ਰਾਪਤ ਕਰ ਸਕਦੇ ਹੋ? ਤੁਹਾਨੂੰ ਕਿਹੜੀ ਵੈਬਸਾਈਟ ਵੱਧ ਜਾਣਕਾਰੀ ਦਿੰਦੀ ਹੈ? ਬਹਿਸ ਕਰੋ ਇਸ ਚੀਜ਼ 'ਤੇ। ਇਹ ਸੀਗਾ ਬੱਚੋ ਸਾਡਾ ਚੈਪਟਰ 6। ਤਾਂ ਹੁਣ ਅਸੀਂ ਇਸ ਤੋਂ ਬਾਅਦ ਚੈਪਟਰ 7 ਕਰਾਂਗੇ। ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਲਾਈਕ ਐਂਡ ਸ਼ੇਅਰ ਦਾ ਵੀਡੀਓ। ਥੈਂਕ ਯੂ ਸੋ ਮਚ।